ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਐਮਐਸਪੀ ਬਾਰੇ। ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਦਾ ਦੋਗਲਾ ਸਟੈਂਡ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਚੱਲ ਰਿਹਾ ਜਿਸ ਵਿੱਚ ਕਿਸਾਨਾਂ ਵੱਲੋਂ ਐਮਐਸਪੀ ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਸੇ ਦੌਰਾਨ ਜਿਹੜਾ ਹੈਗਾ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਇਹ ਗੱਲ ਕਹਿ ਰਹੇ ਨੇ ਵੀ ਕਿ ਜਦੋਂ ਤੱਕ ਇਹ ਤਿੰਨੋਂ ਕਾਨੂੰਨ ਲਾਗੂ ਨਹੀਂ ਹੁੰਦੇ ਤਾਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕੀਤੀ ਜਾ ਸਕਦੀ। ਇਹ 'ਚ ਬਹੁਤ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਪਹਿਲਾਂ ਉਹ ਇਸਦੇ ਉਲਟ ਜਿਹੜੀ ਹੈਗੀਆਂ ਸਟੇਟਮੈਂਟਾਂ ਦਿੰਦੇ ਆ ਰਹੇ ਨੇ ਤੇ ਅਖੀਰ ਇੱਕਦਮ ਆ ਕੇ ਉਹਨਾਂ ਦੀ ਸਟੇਟਮੈਂਟ ਹੈ ਜਿਹੜਾ ਇਹ ਬਦਲਾਅ ਦੇਖੇ ਜਾ ਰਹੇ, ਇਸ ਪਿੱਛੇ ਕੀ ਕਾਰਨ ਹੈ? ਅਸਲ ਦੇ ਵਿੱਚ ਦੇਖਿਆ ਇਹ ਜਾਂਦਾ ਕਿ ਸਾਡੀ ਜਿਹੜੀ ਇੰਟੈਲੈਕਚੁਅਲ ਕਲਾਸ ਹੈ ਜਾਂ ਬੌਧਿਕ ਤਬਕਾ ਹੈ ਜੀ, ਉਹ ਆਪੋ ਆਪਣੀਆਂ ਪੋਸਟਾਂ ਬਦਲਣ ਦੇ ਨਾਲ ਹੀ ਸੁਭਾਅ ਤੇ ਅਪਰੋਚ ਵੀ ਬਦਲ ਜਾਂਦਾ ਹੈ, ਜਿਹਦੇ ਕਰਕੇ ਸਭ ਤੋਂ ਬੜਾ ਸੰਕਟ ਸਾਡੇ ਸਾਹਮਣੇ ਆਉਂਦਾ ਨਾਰਮਲੀ। ਕਿਉਂਕਿ ਕਿਸਾਨਾਂ ਜਾਂ ਮਜ਼ਦੂਰਾਂ ਜਾਂ ਬਾਕੀ ਆਮ ਲੋਕ ਚਾਹੇ ਵਪਾਰੀ ਨੇ, ਉਹਨਾਂ ਦੇ ਬਿਹਾਫ ਤੇ ਜਿਹੜੇ ਲੋਕ ਪੜ੍ਹ ਲਿਖ ਕੇ ਉੱਚੀਆਂ ਪਦਵੀਆਂ 'ਤੇ ਜਾਂਦੇ ਨੇ, ਜਿਹੜੇ ਬੌਧਿਕ ਤਬਕੇ 'ਚੋਂ ਆਉਂਦੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਸਾਇੰਟਿਸਟ ਨੇ, ਇਕੋਨਮਿਸਟ ਨੇ, ਬਾਕੀ ਟਾਈਪ ਦੇ ਲੋਕ ਨੇ, ਤਾਂ ਉਹਨਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੁੰਦੀ ਹੈ ਕਿ ਉਹ ਠੀਕ ਗੱਲ ਕਰਨ, ਜੋ ਵੀ ਹੈ ਮਤਲਬ ਜੋ ਵਾਜਬ ਉਹਨਾਂ ਨੂੰ ਗੱਲ ਲੱਗਦੀ ਹੈ ਉਹ ਆਪਣੀ ਸਿਫਾਰਸ਼ ਉਹਦੇ ਮੁਤਾਬਕ ਕਰਨ। ਤੇ ਗੌਰਮੈਂਟ ਕਿੰਨਾ ਮੰਨਦੀ ਹੈ ਨਹੀਂ ਮੰਨਦੀ ਉਹ ਅਲੱਗ ਸਵਾਲ ਹੈ। ਉਹਨਾਂ ਦਾ ਅੰਦਰੋਂ ਦਿਆਨਤਦਾਰੀ ਨਾਲ ਜੇ ਤੁਹਾਡੀ ਪਹੁੰਚ ਇਹ ਹੋਵੇ ਕਿ ਤੁਸੀਂ ਇੱਕ ਗੱਲ ਨੂੰ ਠੀਕ ਸਮਝਦੇ ਹੋ ਤਾਂ ਅਗਲੇ ਹੀ ਪਲ ਤੁਸੀਂ ਦੂਜੀ ਗੱਲ ਨੂੰ ਠੀਕ ਨਹੀਂ ਸਮਝਦੇ, ਕਿਉਂਕਿ ਤੁਸੀਂ ਤਾਂ ਇੱਕ ਰਿਸਰਚ 'ਚੋਂ ਆਏ ਬੰਦੇ ਹੋ, ਖੋਜ 'ਚੋਂ ਆਏ ਬੰਦੇ ਹੋ, ਤੁਹਾਨੂੰ ਇਹ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ। ਤੇ ਜੇ ਇਹ ਬਦਲਾਅ ਆ ਰਹੇ ਨੇ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਮੈਨੂੰ ਇਹ ਲੱਗਦਾ ਕਿ ਰਮੇਸ਼ ਚੰਦ ਵੀ ਹੁਣ ਜਿਹੜੇ ਅਸ਼ੋਕ ਗੁਲਾਟੀ, ਸੁਰਜੀਤ ਭੱਲਾ ਜਿਹੜੇ ਉਹ ਅਰਥ ਸ਼ਾਸਤਰੀ ਸੀ, ਉਹਨਾਂ ਦੀ ਕੈਟਾਗਰੀ 'ਚ ਅੱਗੇ ਹੋਣ ਦੀ ਰਵਾਇਤ 'ਚ ਪੈ ਗਏ ਨੇ, ਕਿਉਂਕਿ ਨੀਤੀ ਆਯੋਗ 'ਚੋਂ ਖੇਤੀਬਾੜੀ ਬਾਰੇ ਮੈਂਬਰ ਨੇ ਤੇ ਖੇਤੀਬਾੜੀ ਬਾਰੇ ਮੈਂਬਰ ਦੀ ਇੱਕ ਜਿਹੜੀ ਸਮਝ ਹੈ ਜਾਂ ਉਹਦਾ ਜਿਹੜਾ ਬਿਆਨ ਹੈ ਉਹ ਮਹੱਤਵਪੂਰਨ ਮੰਨਿਆ ਜਾਂਦਾ ਉਸ ਪਾਲਿਸੀ ਦੇ ਮਾਮਲੇ ਦੇ ਵਿੱਚ। ਹਾਲਾਂਕਿ ਉਦੋਂ ਵੀ ਉਹ ਨੀਤੀ ਆਯੋਗ ਦੇ ਮੈਂਬਰਾਂ 'ਚ ਸ਼ਾਮਲ ਸੀ ਜਦੋਂ ਨੀਤੀ ਆਯੋਗ ਨੇ ਇੱਕ ਬੜਾ ਵੱਡਾ ਇੱਕ ਪ੍ਰਪੋਜ਼ਲ ਦਿੱਤੀ ਸੀ, ਉਹੀ ਕਾਰਪੋਰੇਟ ਖੇਤੀਬਾੜੀ ਦੇ ਐਂਗਲ ਤੋਂ। ਜਦੋਂ ਪ੍ਰਪੋਜ਼ਲ ਇਹ ਆਈ ਸੀ ਕਿ ਉਹਨਾਂ ਨੂੰ 500 ਤੋਂ 1000 ਏਕੜ ਦੇ ਇੱਕ ਵੱਡੇ ਫਾਰਮ ਚਾਹੀਦੇ ਨੇ ਕੰਪਨੀਆਂ ਨੂੰ, ਤੇ ਉਹਦੇ 'ਚ ਕੰਪਨੀਆਂ ਦੇ ਵਿੱਚ ਉਸ ਪ੍ਰਪੋਜ਼ਲ ਦੇ ਤਹਿਤ ਇਹ ਕਿਹਾ ਗਿਆ ਸੀਗਾ ਕਿ ਅਸਲ ਦੇ ਵਿੱਚ ਉਹਦੀ ਜਿਹੜੀ ਮੈਨੇਜਮੈਂਟ ਕਮੇਟੀ ਹੋਏਗੀ ਉਹ 'ਚ ਕਿਸਾਨਾਂ ਦੇ ਵੀ ਬਰਾਬਰ ਦੇ ਨੁਮਾਇੰਦੇ ਹੋਣਗੇ, ਮਤਲਬ ਜ਼ਿਆਦਾ ਨੁਮਾਇੰਦੇ ਹੋਣਗੇ ਬਲਕਿ ਬਾਕੀਆਂ ਤੋਂ। ਪਰ ਜਿਹੜੇ ਪ੍ਰੋਗਰੈਸਿਵ ਕੈਪੀਟਲਿਸਟ ਨੇ, ਮਤਲਬ ਅਗਾਹਾਂ ਵਧੂ ਪੂੰਜੀਪਤੀ ਹੈ, ਉਹਨਾਂ ਦੇ ਨੁਮਾਇੰਦੇ ਚਾਹੇ ਉਦੋਂ ਘੱਟ ਹੋਣਗੇ ਪਰ ਉਹ ਸਾਰੇ ਸਾਂਝੇ ਤੌਰ 'ਤੇ ਚਲਾਉਣਗੇ, ਮੈਨੇਜ ਉਹ ਕਰਨਗੇ। ਇਹ ਜਿਹੜਾ ਸਾਰਾ ਤਰੀਕਾ ਸੀ, ਜਦੋਂ ਨੀਤੀ ਆਯੋਗ 'ਚ ਤੁਸੀਂ ਆਉਂਦੇ ਹੋ ਉਦੋਂ ਤੁਹਾਡਾ ਤਰੀਕਾ ਬਦਲ ਜਾਂਦਾ ਹੈ। ਪਰ ਇਹ ਵੀ ਕਿਤੇ ਕਿਤੇ ਗੱਲ ਆ ਰਹੀ ਸੀ ਕਿ ਨੀਤੀ ਆਯੋਗ 'ਚ ਰਹਿੰਦੇ ਹੋਏ ਵੀ ਰਮੇਸ਼ ਚੰਦ ਕੁਝ ਚੀਜ਼ਾਂ 'ਤੇ ਡਿਫਰ ਕਰਦੇ ਨੇ। ਤੇ ਇਸ ਲੈਵਲ 'ਤੇ ਜਿਹੜੀਆਂ ਹੁਣ ਪਰਸੋਂ ਦਾ ਬਿਆਨ ਹੈ, ਇਹ ਬਿਆਨ ਤਾਂ ਬਿਲਕੁਲ ਹੀ ਇਹਦਾ ਮਤਲਬ ਉਹਨਾਂ ਦਾ ਜਿਹੜਾ ਬਖਰੇਵੇਂ ਪਹਿਲਾਂ ਮੰਨਿਆ ਜਾਂਦਾ ਸੀ ਉਹਦੇ ਤੋਂ ਵੀ ਉਹ ਅਲੱਗ ਹੋਰ ਤਰੀਕੇ ਦੇ ਨਾਲ ਹੋ ਗਏ ਨੇ। ਪਰ ਇਸੇ ਗੌਰਮੈਂਟ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੀ ਅਪਰੋਚ ਬਿਲਕੁਲ ਇਦੋਂ ਅਲੱਗ ਟਾਈਪ ਦੀ ਸੀ। ਤੇ ਉਹ ਅਪਰੋਚ ਇਹ ਸੀ ਕਿ ਇਹਨਾਂ ਨੂੰ 2 ਅਪ੍ਰੈਲ 2013 ਦੇ ਵਿੱਚ ਇੱਕ ਕਮੇਟੀ ਬਣਾਈ ਗਈ, ਜਿਹੜੀ ਕਮੇਟੀ ਦੇ ਵਿੱਚ ਇਹ ਫੈਸਲਾ ਕਰਨਾ ਸੀ ਕਿ ਘੱਟੋ ਘੱਟ ਸਮਰਥਨ ਮੁੱਲ ਤੇ ਜਿਹੜਾ ਕੀਮਤ ਤੇ ਲਾਗਤ ਕਮਿਸ਼ਨ ਹੈ, CACP ਹੈ, ਇਹਨਾਂ ਦਾ ਰਿਵਿਊ ਕਰਨਾ ਸੀ ਕਿ ਇਹਨੂੰ ਕਿਸਾਨਾਂ ਦੇ ਪੱਖ ਦੇ ਵਿੱਚ ਜਿਹੜੀਆਂ ਟਰਮਜ਼ ਆਫ ਟਰੇਡ ਜਿਹਨੂੰ ਕਹਿੰਦੇ ਆ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜਾਣ ਉਹ ਸਿਫਾਰਸ਼ਾਂ, ਉਹ ਰਿਵਿਊ ਕਮੇਟੀ ਦਾ ਚੇਅਰਮੈਨ ਲਾਇਆ ਸੀ। ਉਹਦੀ ਜਿਹੜੀ ਰਿਪੋਰਟ ਹੈ ਉਹ ਬਿਲਕੁਲ ਅਲੱਗ ਹੈ ਤੇ ਅੱਜ ਦੀਆਂ ਜਿਹੜੀਆਂ ਨੀਤੀ ਆਯੋਗ ਦੇ ਵਿੱਚ ਆਉਣ ਤੋਂ ਬਾਅਦ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਉਹ ਬਿਲਕੁਲ ਅਲੱਗ ਨੇ। ਹਮੀਰ ਸਿੰਘ ਜੀ, ਅਸੀਂ ਜਾਣਨਾ ਚਾਹਾਂਗੇ ਵੀ ਇਹ ਕਿਸਾਨ ਸਵਾਮੀਨਾਥਨ ਰਿਪੋਰਟ ਦੀਆਂ ਗੱਲਾਂ ਕਰ ਰਹੇ ਨੇ ਤੇ ਇਹਨਾਂ ਦੀ ਅਗਵਾਈ 'ਚ ਜਿਹੜੀ ਹੈਗੀ ਪਹਿਲਾਂ ਵੀ ਕਮੇਟੀ ਨੇ ਇਹ ਰਿਪੋਰਟ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਕਿ ਇਹ ਦੋਨੋਂ ਰਿਪੋਰਟਾਂ 'ਚ ਵੱਖਰੇਵਾਂ ਕੀ ਹੈ, ਤੇ ਖਾਸ ਤੌਰ 'ਤੇ ਜੇ ਗੱਲ ਕਰੀਏ ਰਮੇਸ਼ ਚੰਦ ਕਮੇਟੀ ਦੀ ਤਾਂ ਉਸ ਰਿਪੋਰਟ 'ਚ ਖਾਸ ਤੌਰ 'ਤੇ ਕੀ ਕੁਝ ਸੀਗਾ? ਜਿਹੜੀ ਪਾਪੂਲਰ ਹੋਈ ਪੁਰਾਣੀ, ਕਿਉਂਕਿ 2006 ਤੋਂ ਲਗਾਤਾਰ ਚੱਲਦੀ ਸੀ, ਉਹ ਹੈ ਡਾਕਟਰ MS ਸਵਾਮੀਨਾਥਨ। ਉਹ ਨੈਸ਼ਨਲ ਕਮਿਸ਼ਨ ਕਿਸਾਨਾਂ ਦੇ ਬਾਰੇ ਬਣਿਆ ਸੀ ਪਹਿਲਾਂ, ਤੇ ਉਹਦੀਆਂ ਰਿਕਮੈਂਡੇਸ਼ਨ ਨੇ ਇਸੇ ਕਰਕੇ ਕਿਸਾਨਾਂ ਨੇ ਇਹ ਮੰਗ ਉਠਾਉਣੀ ਸ਼ੁਰੂ ਕੀਤੀ ਸੀ ਕਿ ਲਾਗਤ ਤੇ 50% ਮੁਨਾਫਾ ਜੋੜ ਕੇ ਪੂਰਾ। ਤੇ ਇਦੋਂ ਵੀ ਅੱਗੇ ਜਾਂਦੇ ਇੱਕ ਕਮੇਟੀ ਹੋਰ ਤਾਂ ਬਣਾਉਣੀ ਪਈ ਕਿ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਕੀਮਤ ਤੇ ਲਾਗਤ, ਜਿਹੜਾ ਲਾਗਤ ਤੇ ਕੀਮਤ ਦਾ ਉਦਯੋਗ ਹੈ ਉਹਦੀ ਵੀ। ਤੇ ਇਸੇ ਤਰ੍ਹਾਂ ਦੂਜੀ ਗੱਲ ਇਹ ਹੈ ਕਿ ਜਿਹੜਾ MSP ਦੀ ਗਰੰਟੀ ਦਾ ਸਵਾਲ ਹੈ, ਇਹਦੇ ਤੇ ਇਹ ਦੋਨਾਂ ਗੱਲਾਂ ਦੇ ਉੱਤੇ ਹੀ ਕਮੇਟੀ ਵਿਚਾਰ ਕਰੂਗੀ। ਉਹਦੇ 'ਚ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਵੀ ਸੀ ਤੇ ਉਹਦੇ 'ਚ ਯੂਨੀਵਰਸਿਟੀਆਂ ਦੇ ਹੋਰ ਬਾਕੀ ਵੀ ਸੀ ਜਿਹਦੇ ਇਹ ਚੇਅਰਮੈਨ ਸੀਗੇ।
ਅਪ੍ਰੈਲ 2013 ਚ ਬਣੀ ਤੇ ਇਹ ਲਗਭਗ ਅਪ੍ਰੈਲ ਦੇ ਵਿੱਚ ਹੀ 2015 ਚ ਇਹ ਕਮੇਟੀ ਆਪਣੀ ਰਿਪੋਰਟ ਦਿੰਦੀ ਹੈ। ਉਦੋਂ ਬੀਜੇਪੀ ਗਵਰਨਮੈਂਟ ਆ ਜਾਂਦੀ ਹੈ ਜੀ ਤੇ ਇਹ ਕਮੇਟੀ ਸਵਾਮੀਨਾਥਨ ਕਮਿਸ਼ਨ ਤੋਂ ਵੀ ਦੀ ਰਿਪੋਰਟ ਤੋਂ ਵੀ ਅੱਗੇ ਜਾ ਕੇ ਉਦੋਂ ਅੱਗੇ ਵੱਧ ਕੇ ਕੁਝ ਗੱਲਾਂ ਨੋਟ ਕਰਦੀ ਹੈ। ਇਹਦੇ ਤੋਂ ਇਹ ਨਜ਼ਰ ਆਉਂਦਾ ਹੈ ਕਿ ਕਮੇਟੀ 'ਚ ਸ਼ਾਮਲ ਬੰਦੇ ਤੇ ਸਮੇਤ ਚੇਅਰਮੈਨ, ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਹਾਲਤ ਕੀ ਹੈ। ਇਹ ਕਹਿੰਦੇ ਨੇ ਉਸ ਰਿਪੋਰਟ ਦੇ ਵਿੱਚ ਕਿ ਕਿਸਾਨ ਕਿਉਂਕਿ ਬਹੁਤ ਰਿਸਕੀ ਫਸਲਾਂ ਬੀਜਦਾ, ਅੱਜ ਕੱਲ੍ਹ ਉਹ ਨਾਰਮਲ ਖੇਤੀ ਨਹੀਂ ਕਰਦਾ, ਜੋਖਮ ਉਠਾਉਂਦਾ ਹੈ। ਤੇ ਇਹਦੇ ਨਾਲ ਦੀ ਨਾਲ ਇਹ ਹੈ ਕਿ ਕਿਸਾਨ ਅੱਜ ਕੱਲ੍ਹ ਮੈਨੇਜਰ ਦਾ ਰੋਲ ਵੀ ਅਦਾ ਕਰਦਾ ਹੈ, ਇਕੱਲਾ ਦੂਜਾ ਨਹੀਂ ਕਰਦਾ। ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਕਿਸਾਨ ਦੇ ਪੱਖ ਦੇ ਵਿੱਚ ਟਰਮਜ਼ ਆਫ ਟਰੇਡ ਕਿਵੇਂ ਬਣਨ, ਇਹਦੇ ਤੇ ਗੌਰ ਕਰਨੀ ਚਾਹੀਦੀ ਹੈ। ਨਾਲ ਉਹ ਇਹ ਵੀ ਕਹਿੰਦੇ ਨੇ ਕਿ ਬਾਕੀ ਦੇ ਜਿਹੜੇ ਹੋਰ ਤਬਕੇ ਨੇ, ਉਦਯੋਗਪਤੀ ਨੇ, ਵਪਾਰੀ ਨੇ, ਉਹਨਾਂ ਵਾਸਤੇ ਤਾਂ ਫਿੱਕੀ ਹੈ, ਉਹਨਾਂ ਵਾਸਤੇ ਐਸਓਚਓਮ ਹੈ, ਉਹਨਾਂ ਵਾਸਤੇ CII ਹੈ। ਇਸ ਕਿਸਮ ਦੀਆਂ ਪੇਸ਼ੇਵਰਾਂ ਸੰਸਥਾਵਾਂ ਨੇ ਜਿਹੜੀਆਂ ਲੌਬਿੰਗ ਕਰਦੀਆਂ ਨੇ। ਕਿਸਾਨਾਂ ਲਈ ਲੌਬਿੰਗ ਕਰਨ ਵਾਲੀ ਕੋਈ ਧਿਰ ਨਹੀਂ ਹੈ ਦੇਸ਼ ਦੇ ਵਿੱਚ, ਇਹ ਮੰਨਦੇ ਨੇ ਉਹ। ਔਰ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ CACP ਹੈ, ਜਿਹੜਾ ਕਾਸਟ ਤੇ ਜਿਹੜਾ ਮੁੱਲ ਕਮਿਸ਼ਨ ਹੈ, ਉਹ ਕਮਿਸ਼ਨ ਨੂੰ ਵੀ ਉਹਦਾ ਨਾਮ ਬਦਲ ਕੇ ਉਹਦੇ 'ਚ ਪਾਲਿਸੀ ਜੋੜ ਦਿਓ ਤਾਂ ਕਿ ਉਹ ਪਾਲਿਸੀ ਮੇਕਿੰਗ 'ਚ ਵੀ ਆਏ। ਔਰ ਜਦੋਂ ਕੋਈ ਫੈਸਲਾ ਲੈਣਾ ਹੋਵੇ ਕਿਸਾਨਾਂ ਦੀ ਗੱਲ ਬਾਰੇ ਰਾਏ ਉਸ ਕਮਿਸ਼ਨ ਨਾਲ ਕਰਨੀ ਜ਼ਰੂਰੀ ਕਰਾਰ ਦਿੱਤੀ ਜਾਣੀ ਚਾਹੀਦੀ ਹੈ। ਤੇ ਇਸੇ ਲਈ ਉਹ ਕੀ ਕਹਿ ਰਹੇ ਨੇ, ਉਹ ਕਹਿੰਦੇ ਨੇ ਜਿਹੜਾ C2 ਹੈ, ਕੰਪਰੀਹੈਂਸਿਵ ਜਿਹਨੂੰ ਆਪਾਂ ਕਹਿੰਦੇ ਆ ਲਾਗਤ, ਟੋਟਲ ਲਾਗਤ, ਉਸ ਲਾਗਤ ਦੇ ਵਿੱਚ 10% ਹੋਰ ਚੀਜ਼ ਜੋੜਨੀ ਚਾਹੀਦੀ ਹੈ। ਉਹ ਚੀਜ਼ ਕਾਹਦੀ ਜੋੜਨੀ ਚਾਹੀਦੀ ਹੈ 10% ਜੋ ਤੁਸੀਂ MSP ਡਿਕਲੇਅਰ ਕਰਦੇ ਹੋ? ਉਹਦੇ ਵਿੱਚ ਇੱਕ ਤਾਂ ਰਿਸਕ ਜਿਹੜਾ ਫੈਕਟਰ ਹੈ ਉਹਨੂੰ ਕਵਰ ਕਰਨ ਦੇ ਵਾਸਤੇ, ਔਰ ਰਿਸਕ ਉਹ ਕਹਿੰਦੇ ਵੱਧ ਰਹੇ ਨੇ ਦਿਨ ਪਰ ਦਿਨ, ਔਰ ਕਈ ਵਾਰ ਸੁੰਡੀਆਂ ਜ਼ਿਆਦਾ ਪੈ ਗਈਆਂ ਉਹਦਾ ਵੀ ਵੱਧ ਰਿਹਾ, ਕਈ ਵਾਰ ਮੌਸਮ ਜ਼ਿਆਦਾ ਖਰਾਬ ਹੋ ਗਿਆ ਉਹਦਾ ਵੀ ਵੱਧ ਰਿਹਾ, ਉਹ ਫੈਕਟਰ। ਦੂਜਾ ਫੈਕਟਰ ਜਿਹੜੀ ਉਹਦੀ ਮੈਨੇਜਮੈਂਟ ਦੀ ਸਕਿੱਲ ਹੈ, ਇਹਦੇ ਕਰਕੇ ਜਿੰਨਾ ਤੁਸੀਂ ਸਵਾਮੀਨਾਥਨ ਜਾਂ ਬਾਕੀ ਦੇ ਮੁਤਾਬਕ ਦਿਓਗੇ ਉਹਦੇ ਨਾਲ 10% ਹੋਰ ਦਿਓ। ਤੇ ਇੱਕ ਗੱਲ ਉਹਦੇ 'ਚ ਹੋਰ ਕਰਨੀ ਦੀ ਜ਼ਰੂਰਤ ਹੈ। ਉਹ ਕਹਿੰਦੇ ਨੇ ਵੀ ਅੱਜ ਤੱਕ ਜਿਹੜਾ ਕਿਰਤੀ ਹੈ, ਕਿਸਾਨ ਹੈ, ਖੇਤੀ ਦਾ ਕੰਮ ਕਰਦਾ ਹੈ, ਉਹਦੀ ਜਿਹੜੀ ਦਿਹਾੜੀ ਜੋੜੀ ਜਾਂਦੀ ਹੈ, ਲੇਬਰ ਜੋੜੀ ਜਾਂਦੀ ਹੈ, ਜਦੋਂ ਤੁਸੀਂ MSP ਅਨਾਊਂਸ ਕਰਦੇ ਹੋ, ਉਹ ਅਨਸਕਿਲਡ ਲੇਬਰ ਦੀ ਜੋੜੀ ਜਾਂਦੀ ਹੈ, ਗੈਰ ਹੁਨਰਮੰਦ ਕਾਮੇ ਦੀ ਜੋੜੀ ਜਾਂਦੀ ਹੈ। ਉਹ ਦਿਹਾੜੀ ਘੱਟ ਹੈ। ਉਹਦੇ 'ਚ ਇਹ ਰਿਕਮੈਂਡ ਕਰਦੇ ਨੇ ਕਿ ਘੱਟੋ ਘੱਟ ਜਿਹੜਾ ਉਹਦਾ ਪਰਿਵਾਰ ਦਾ ਮੁਖੀ ਹੈ, ਜਿਹੜਾ ਪਲਾਨ ਕਰਦਾ ਹੈ, ਉਹਦੀ ਦਿਹਾੜੀ ਤੁਸੀਂ ਹੁਨਰਮੰਦ ਕਾਮੇ ਦੀ ਜੋੜੋ। ਹੁਨਰਮੰਦ ਕਾਮੇ ਦਾ ਮਤਲਬ ਹੈ ਕਿ ਜੇ ਸਾਡੇ 300 ਰੁਪਏ ਦਿਹਾੜੀ ਆਉਂ ਗੈਰ ਹੁਨਰਮੰਦ ਕਾਮੇ ਦੀ, ਉਹਦੀ 500 ਘੱਟੋ ਘੱਟ ਹੈ। ਉਹਨੂੰ ਤੁਸੀਂ ਸ਼ਾਮਲ ਕਰੋਗੇ ਤਾਂ ਉਹਦੀ MSP 'ਚ ਉਸ ਤਰੀਕੇ ਦਾ ਵਾਧਾ ਹੋਏਗਾ। ਤੇ ਉਹ ਸਾਰੀਆਂ ਗੱਲਾਂ ਤੁਸੀਂ ਉਸ ਰਿਪੋਰਟ ਦੇ ਵਿੱਚ ਆ ਕੇ ਫਿਰ ਕਹਿੰਦੇ ਹੋ ਕਿ ਆਹ ਚੀਜ਼ਾਂ ਕਿਸਾਨ ਨੂੰ ਹੋਣੇ ਚਾਹੀਦੇ, ਨਹੀਂ ਤਾਂ ਉਹ ਨਹੀਂ ਬਚ ਸਕਦਾ। ਤੁਸੀਂ ਇਹ ਵੀ ਕਹਿ ਰਹੇ ਹੋ ਨਾਲ ਕਿ ਜਿਹੜੀਆਂ ਉਹਦੇ ਤੇ ਆਫਤਾਂ ਆ ਰਹੀਆਂ ਨੇ, ਜਿਸ ਤਰੀਕੇ ਦਾ ਉਹਨੂੰ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲਦਾ, ਇਹਦੇ ਨਾਲ ਉਹ ਕਰਜ਼ੇ 'ਚ ਫਸਦਾ ਜਾ ਰਿਹਾ, ਇਹਦੇ ਨਾਲ ਉਹ ਖੁਦਕੁਸ਼ੀ ਵੱਲ ਧੱਕਿਆ ਜਾ ਰਿਹਾ। ਤੁਹਾਨੂੰ ਪਤਾ ਹੈ ਇਹ ਵੀ, ਇਸੇ ਲਈ ਉਹਦੇ 'ਚ ਰਿਪੋਰਟਸ ਤੁਸੀਂ ਲਿਖ ਰਹੇ ਹੋ। ਤੇ ਇਹਦੇ ਨਾਲ ਉਹ ਇਹ ਵੀ ਕਹਿੰਦੇ ਨੇ ਨਾਲ ਕਿ ਜਿਹੜਾ ਵੀ ਗੈਪ ਹੈ, ਚਾਹੇ ਉਹ ਪ੍ਰਾਈਵੇਟ ਬੰਦਾ ਖਰੀਦੇ ਚਾਹੇ ਉਹ ਸਰਕਾਰੀ ਬੰਦਾ, ਜੇ ਪ੍ਰਾਈਵੇਟ ਘੱਟ ਤੇ ਖਰੀਦਦਾ ਤਾਂ ਸਰਕਾਰ ਨੂੰ ਉਹਦਾ ਜਿਹੜਾ ਗੈਪ ਹੈ ਜੋ ਘਾਟੇ ਤੇ ਪੂਰੇ ਦਾ, ਉਹ ਪੂਰਾ ਕਰਨਾ ਚਾਹੀਦਾ। ਕਿਸਾਨ ਨੂੰ ਪੂਰੀ ਗਰੰਟਡ ਘੱਟੋ ਘੱਟ ਸਮਰਥਨ ਮੁੱਲ ਮਿਲਣਾ ਚਾਹੀਦਾ ਉਸ ਪੱਧਰ ਦੇ ਉੱਤੇ। ਤੇ ਇਹ ਸਾਰੀਆਂ ਚੀਜ਼ਾਂ ਤਾਂ ਹੈਗੀਆਂ ਨੇ ਇਸ ਰਿਪੋਰਟ ਦੀਆਂ। ਜਿਹੜੀ ਰਿਪੋਰਟ ਉਹ ਉਦੋਂ ਕਹਿ ਰਹੇ ਨੇ, ਉਦੋਂ ਦੇ ਰਹੇ ਨੇ ਜਦੋਂ ਉਦੋਂ ਪਹਿਲਾਂ 20 ਫਰਵਰੀ 2015 ਨੂੰ ਇਹੀ ਮੋਦੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫੀਆ ਬਿਆਨ ਜਾਰੀ ਕਰਕੇ ਇਹ ਕਹਿ ਦਿੰਦੀ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦੇ ਨਾਲ ਮਾਰਕੀਟ ਡਿਸਟਾਰਟ ਹੋਏਗੀ। ਮਤਲਬ ਮੰਡੀ ਦਾ ਜਿਹੜਾ ਸੰਤੁਲਨ ਉਹ ਵਿਗੜ ਜੂਗਾ, ਇੰਨਾ ਅਸੀਂ ਦੇ ਨਹੀਂ ਸਕਦੇ। ਪਰ ਜਦੋਂ ਵੋਟਾਂ ਆਉਂਦੀਆਂ ਨੇ 2019 ਦੀਆਂ, ਉਦੋਂ ਪਹਿਲਾਂ ਹੀ ਤੁਸੀਂ ਕਹਿੰਦੇ ਹੋ ਅਸੀਂ ਦੇ ਵੀ ਦਿੱਤਾ। ਦੇ ਇਸ ਕਰਕੇ ਦਿੱਤਾ ਕਿਉਂਕਿ ਤੁਸੀਂ ਪੂਰੀ ਲਾਗਤ ਨਹੀਂ ਉਹਦੇ 'ਚ ਜੋੜ ਰਹੇ ਜਾਂ ਬਾਕੀ ਦੀਆਂ ਰਿਪੋਰਟਾਂ ਨੂੰ ਗੱਲ ਨਹੀਂ ਕਰਦੇ। ਇਹ ਜਿਹੜੀ ਰਮੇਸ਼ ਚੰਦ ਕਮੇਟੀ ਦੀ ਰਿਪੋਰਟ ਹੈ, ਇਹ ਰੱਦੀ ਦੀ ਟੋਕਰੀ ਸੁੱਟੀ ਪਈ ਹੈ। ਨਾ ਪਾਰਲੀਮੈਂਟ ਨੇ ਇਹਦੇ ਚਰਚਾ ਕੀਤੀ, ਨਾ ਬਾਕੀ ਦੇ, ਨਾ ਉਦੋਂ ਬਾਅਦ ਕਦੇ ਇਸ ਲੈਵਲ ਤੇ ਲਿਖੀ ਗਈ। ਨਾ ਰਮੇਸ਼ ਚੰਦ ਨੇ ਕਦੇ ਇਹ ਓਪਨਲੀ ਕਿਹਾ ਕਿ ਮੈਂ ਉਹ ਰਿਪੋਰਟ ਕਿਉਂ ਲਿਖੀ, ਜੇ ਉਹ ਗਲਤ ਸੀ ਤਾਂ ਉਦੋਂ ਤੇਰੀ ਕੀ ਮਜਬੂਰੀ ਸੀ, ਜੇਕਰ ਉਹ ਠੀਕ ਹੈ ਤੇ ਅੱਜ ਤੇਰੀ ਕੀ ਮਜਬੂਰੀ ਹੈ ਕਿ ਤੂੰ ਪੂਰੀ ਤਰ੍ਹਾਂ। ਅੱਜ ਜਿਹੜੀ ਤਿੰਨੇ ਕਾਨੂੰਨ ਕੀ ਕਹਿ ਰਹੇ ਨੇ, ਅੱਜ ਉਹ ਇਹ ਕਹਿ ਰਹੇ ਨੇ ਪੂਰੀ ਤਰ੍ਹਾਂ ਕਿ MSP ਤੋਂ ਖਹਿੜਾ ਛਡਾਉਣਾ ਚਾਹੀਦਾ, ਪ੍ਰਾਈਵੇਟ ਪਲੇਅਰ ਆਉਣਾ ਚਾਹੀਦਾ। ਰਮੇਸ਼ ਚੰਦ ਕਮੇਟੀ ਰਿਪੋਰਟ ਪਹਿਲੀ ਇਹ ਕਹਿ ਰਹੀ ਹੈ ਕਿ ਜਿਹੜੀ ਮਾਰਕੀਟ ਤੇ ਛੱਡ ਦੋਗੇ, ਜਦੋਂ ਮਾਰਕੀਟ ਫੋਰਸਸ ਨੇ ਜਿਹੜੀਆਂ ਉਹ ਮਜਬੂਰ ਕਰ ਦਿੰਦੀਆਂ ਨੇ ਕਿਸਾਨਾਂ ਦਾ ਘੱਟ ਭਾਅ ਵਾਸਤੇ, ਘੱਟ ਭਾਅ ਦੇ ਕਰਦੇ ਕਾਰਨ ਉਹਦੀ ਆਮਦਨ ਘਟਦੀ ਹੈ, ਉਹਦੀ ਆਮਦਨ ਘਟਦੀ ਹੈ ਤਾਂ ਉਹ ਖੁਦਕੁਸ਼ੀ ਵੱਲ ਜਾਂਦਾ। ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਕਾਨੂੰਨ ਲਾਗੂ ਹੋਣਗੇ ਤਾਂ ਆਮਦਨ ਦੁੱਗਣੀ ਹੋਏਗੀ। ਇਹਦਾ ਮਤਲਬ ਤੁਸੀਂ ਇਕਨੋਮਿਸਟ ਦੇ ਤੌਰ ਤੇ ਬੇਈਮਾਨੀ ਕਰ ਰਹੇ ਹੋ ਜਾਂ ਤਾਂ
ਬੌਧਿਕ ਤੌਰ ਤੇ ਬੇਈਮਾਨੀ ਕਰ ਰਹੇ ਹੋ। ਬੌਧਿਕ ਬੇਈਮਾਨੀ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਹੋਰ ਆਰਥਿਕ ਤੌਰ ਤੇ ਜਾਂ ਬਾਕੀ ਬੇਈਮਾਨੀਆਂ ਤੋਂ ਵੱਡੀ ਖਤਰਨਾਕ ਬੇਈਮਾਨੀ ਹੁੰਦੀ ਹੈ ਜੇਕਰ ਤੁਸੀਂ ਇਹ ਕਰ ਰਹੇ ਹੋ। ਜੇ ਤੁਸੀਂ ਸੱਚੀ ਹੋ ਜਾਂ ਤੁਸੀਂ ਉਹ ਲੌਜਿਕ ਦਿਓਗੇ ਕਿ ਆ 4-5 ਸਾਲਾਂ 'ਚ ਕੀ ਹਿਰਦੇ ਪਰਿਵਰਤਨ ਹੋ ਗਿਆ ਜਿਹਦੇ ਨਾਲ ਤੁਹਾਡੀ ਸਮਝ ਕਿਵੇਂ ਬਦਲ ਗਈ ਹੈ ਸਾਰੀਆਂ ਚੀਜ਼ਾਂ ਦੇ, ਇਹ ਤਾਂ ਹੋ ਨਹੀਂ ਸਕਦਾ। ਤੁਸੀਂ ਉਦੋਂ ਦੇ ਹੀ ਵੱਡੇ ਅਰਥ ਸ਼ਾਸਤਰੀ ਹੋ, ਵੱਡੀਆਂ ਵੱਡੀਆਂ ਪੋਸਟਾਂ ਤੇ ਰਹੇ ਹੋ, ਵੱਖ-ਵੱਖ ਚੀਜ਼ਾਂ ਕਰ ਰਹੇ ਹੋ, ਤਾਂ ਇਹ ਬਦਲ ਕਿਉਂ ਹੈ? ਔਰ ਹੁਣ ਵਾਲਾ ਜਿਹੜਾ CACP ਦਾ ਰਿਕਮੈਂਡੇਸ਼ਨ ਸੀ ਜਿਹਦੇ ਆਧਾਰ ਤੇ ਬਿੱਲ ਬਣੇ ਨੇ, ਉਹ ਇਹ ਕਹਿ ਰਹੇ ਨੇ ਕਿ ਘੱਟੋ ਘੱਟ ਜਿੰਨਾ ਕਿ ਜਨਤਕ ਵੰਡ ਪ੍ਰਣਾਲੀ ਹੈ ਉਸ ਹੱਦ ਤੱਕ ਹੀ ਤੁਸੀਂ ਖਰੀਦੋ, ਬਾਕੀ ਖਰੀਦ ਚੋਂ ਸਰਕਾਰ ਬਾਹਰ ਹੋ ਜੇ ਜੀ। ਤੇ ਇਹਨੂੰ ਖੁੱਲੀ ਮੰਡੀ ਦੇ ਉੱਤੇ ਛੱਡ ਦਿੱਤਾ ਜਾਏ ਤੇ ਪ੍ਰਾਈਵੇਟ ਵਪਾਰੀ ਤੇ ਟੈਕਸ ਵੀ ਕੋਈ ਨਾ ਲੱਗੇ, ਜੋ ਮਰਜ਼ੀ ਜਿੱਥੋਂ ਮਰਜ਼ੀ ਖਰੀਦੇ। ਔਰ ਤੁਸੀਂ ਇਹ ਵੀ ਕਹਿਤਾ ਕਿ ਜਿਹੜੀਆਂ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ ਜਿਹਦੇ ਤੇ ਇੱਕ ਲਿਮਟ ਲੱਗੀ ਹੋਈ ਹੈ ਕਿ ਤੁਸੀਂ ਇਦੋਂ ਵੱਧ ਖਰੀਦ ਕੇ ਸਟੋਰ ਨਹੀਂ ਕਰ ਸਕਦੇ, ਉਹਨੂੰ ਜਿੰਨੇ ਮਰਜ਼ੀ ਸਟੋਰ ਕਰਨ ਦੀ ਇਜਾਜ਼ਤ ਦੇ ਦਿਓ। ਜਿਹੜਾ ਬੰਦਾ ਫਿਰ ਉਹਦੀ ਰਿਕਮੈਂਡੇਸ਼ਨ ਇਸ ਪੱਧਰ ਤੇ ਕਰਦਾ ਹੁਣ ਤੇ ਪੂਰੀ ਤਰ੍ਹਾਂ ਆਮ ਲੋਕਾਂ ਦੇ ਖਿਲਾਫ ਜਿਹੜੀਆਂ ਸਿਫਾਰਸ਼ਾਂ ਨੇ, ਮਜ਼ਦੂਰ ਦੇ ਖਿਲਾਫ ਹੈ, ਲੋਕਾਂ ਦੀ ਰੋਜੀ ਰੋਟੀ ਦੇ ਖਿਲਾਫ ਹੈ, ਲੋਕਾਂ ਦੀ ਰੁਜ਼ਗਾਰ ਦੇ ਖਿਲਾਫ ਹੈ, ਕਿਸਾਨਾਂ ਦੇ ਖਿਲਾਫ ਤਾਂ ਹੈ ਹੀ ਹੈ। ਤਾਂ ਇਹ ਦੋਗਲੇ ਤੋਂ ਵੀ ਜ਼ਿਆਦਾ ਖਤਰਨਾਕ ਸਟੈਂਡ ਹੈ ਮੇਰੇ ਖਿਆਲ ਹੈ ਜਿਸ ਲੈਵਲ ਤੇ ਹੈ। ਇਹਨੂੰ ਸੱਚੀਓ ਡਿਬੇਟ ਦੇ ਵਿੱਚ ਪੈਣਾ ਚਾਹੀਦਾ। ਤਾਂ ਲੋਕਾਂ ਨੂੰ ਜਿੱਥੇ ਸਿਆਸੀ ਤੌਰ ਤੇ ਲੜਾਈ ਲੜੀ ਜਾ ਰਹੀ ਹੈ, ਜਿੱਥੇ ਸਰਕਾਰਾਂ ਦੇ ਨਾਲ ਲੜੀ ਜਾ ਰਹੀ ਹੈ, ਉੱਥੇ ਬੌਧਿਕ ਤਬਕੇ ਵੱਲੋਂ ਵੀ ਇਸ ਬੌਧਿਕ ਜਿਹੜਾ ਉਹ ਤਬਕਾ ਹੈ ਜਿਹੜਾ ਬੇਈਮਾਨੀ ਕਰ ਰਿਹਾ ਹੈ ਉਹਦੇ ਖਿਲਾਫ ਉਹ ਤੋਂ ਸਵਾਲ, ਉਹ ਤੋਂ ਉਹਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਤੇ ਉਹ ਤੋਂ ਜਵਾਬ ਮੰਗਣੇ ਚਾਹੀਦੇ ਨੇ ਕਿ ਤੁਸੀਂ ਜਵਾਬ ਦਿਓ। ਤੁਸੀਂ ਇਸ ਤਰੀਕੇ ਨਾਲ ਨਹੀਂ ਬਚ ਕੇ ਨਿਕਲ ਸਕਦੇ ਜਦ ਮਰਜ਼ੀ ਜੋ ਕਹਿ ਦਿੰਦੇ ਹੋ। ਤੁਹਾਡੀ ਪੁਰਾਣੀ ਰਿਪੋਰਟ ਤੇ ਜੇ ਖੜੇ ਹੋ ਤੁਹਾਨੂੰ ਸਟੈਂਡ ਪੁਰਾਣਾ ਲੈਣਾ ਪਊਗਾ। ਔਰ ਜੇ ਤੁਸੀਂ ਮੰਨਦੇ ਹੋ ਕਿ ਕਿਸਾਨ ਦੀ ਆਮਦਨ ਉਹਦੇ ਤੋਂ ਬਿਨਾਂ ਖਰੀ ਨਹੀਂ ਰਹਿ ਸਕਦੀ ਤਾਂ ਤੁਸੀਂ ਅੱਜ ਵਾਲੀ ਆਮਦਨ ਦੁੱਗਣੀ ਕਰਨ ਦਾ ਤਰੀਕਾ ਕਿਵੇਂ ਚੱਲਿਆ ਜਾਊਗਾ? ਜੇ ਕਿਸਾਨ ਕੋਲ ਜ਼ਮੀਨ ਨਹੀਂ ਰਹੇਗੀ, ਜੇ ਉਹਦੇ ਕੋਲ ਘੱਟੋ ਘੱਟ ਸਮਰਥਨ ਮੁੱਲ ਦੀ ਤੇ ਖਰੀਦ ਦੀ ਗਰੰਟੀ ਨਹੀਂ ਰਹੇਗੀ ਤਾਂ ਕਿਵੇਂ ਉਹਦੀ ਆਮਦਨ ਵੱਧ ਜੂਗੀ ਜਾਂ ਦੁੱਗਣੀ ਹੋ ਜੂ ਜਾਂ ਤਿੱਗਣੀ? ਔਰ ਜੇ ਦੁੱਗਣੀ ਦਾ ਵੀ ਜਿਹੜਾ ਸਗੂਫਾ ਛੱਡਿਆ ਜਾ ਰਿਹਾ ਇਹਦਾ ਵੀ ਕੋਈ ਮਤਲਬ ਨਹੀਂ ਹੈ। ਜੇ ਤੁਸੀਂ ਕਹਿ ਰਹੇ ਹੋ ਕਿ 86% ਕਿਸਾਨ ਇਸ ਦੇਸ਼ ਦਾ 1 ਹੈਕਟੇਅਰ ਦੇ ਨੇੜੇ ਤੇੜੇ ਵਾਲਾ ਹੈ, ਉਦੋਂ ਘੱਟ ਦੀ ਜ਼ਮੀਨ ਤੇ ਹੈ, ਉਹਦੇ ਕੋਲ ਮਾਰਕੀਟ ਸਰਪਲਸ ਕਿੰਨੀ ਕੁ ਹੁੰਦੀ ਹੈ? ਨਹੀਂ ਉਸ ਪੱਧਰ ਦੇ ਉੱਤੇ ਜਾ ਕੇ ਹੁੰਦੀ ਤੇ ਤੁਸੀਂ ਦੁੱਗਣੀ ਆਮਦਨ ਉਹਦੀ ਕਰ ਵੀ ਲਓਗੇ। ਜੇ ਉਹਦੀ ਅੱਜ 800 ਰੁਪਏ ਆਮਦਨ ਹੈ ਤਾਂ ਕੱਲ੍ਹ ਨੂੰ 1600 ਕਰ ਦੋਗੇ, ਉਹਦਾ ਪਰਿਵਾਰ ਕਿਵੇਂ ਚੱਲੂਗਾ? ਔਰ ਉਸੇ ਰਿਪੋਰਟ 'ਚ ਕਹਿ ਰਹੇ ਰਮੇਸ਼ ਮਚੰਦ ਕਮੇਟੀ ਕਿ ਕਿਸਾਨ ਮਜ਼ਦੂਰ ਤੇ ਇਹ ਪ੍ਰੈਸ਼ਰ ਹੈ ਕਿ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਮੰਡੀ 'ਚ ਉਹਨੂੰ ਖਰੀਦਣੀਆਂ ਪੈ ਰਹੀਆਂ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ। ਇਹ ਜਿਹੜਾ ਇੱਕ ਸਾਡੇ ਕੋਲ ਢਾਂਚਾ ਹੁਣ ਬਣਿਆ ਹੋਇਆ ਹੈ, ਜਿੰਨੀ ਕੁ ਆਮਦਨ ਉਹਦੀ ਹੋ ਰਹੀ ਆ ਉਹ ਲੋੜਾਂ ਪੂਰੀਆਂ ਨਹੀਂ ਕਰ ਸਕਦਾ, ਉਹ ਪੂਰੀਆਂ ਨਹੀਂ ਹੋ ਸਕਦੀਆਂ ਉਹਦੀਆਂ। ਤਾਂ ਤੁਹਾਡੇ ਹੁਣ ਦੇ ਤਰੀਕੇ ਨਾਲ ਉਹਦੀਆਂ ਲੋੜਾਂ ਪੂਰੀਆਂ ਕਿਵੇਂ ਹੋਣਗੀਆਂ? ਉਹਦੇ ਬੱਚੇ ਦੀ ਪੜ੍ਹਾਈ, ਉਹਦੇ ਇਲਾਜ ਦਾ ਖਰਚਾ, ਉਹਦੀਆਂ ਹੋਰ ਜਿੰਨੀਆਂ ਸਮਾਜਿਕ ਜ਼ਰੂਰਤਾਂ ਨੇ, ਜੇ ਬੱਚਿਆਂ ਦੇ ਵਿਆਹ ਸ਼ਾਦੀ ਸਾਰੀਆਂ ਕਰਨੀਆਂ ਨੇ ਤਾਂ ਉਹ ਪੂਰੀਆਂ ਕਿਵੇਂ ਕਰੇਗਾ? ਇਹਦਾ ਜਵਾਬ ਰਮੇਸ਼ ਚੰਦ ਨੂੰ ਦੇਣਾ ਚਾਹੀਦਾ। ਇਸ ਕਰਕੇ ਇਹ ਜਿਹੜਾ ਬੌਧਿਕ ਤੌਰ ਤੇ ਇੱਕ ਖਿਲਾਏ ਲੜਾਈ ਇੱਕ ਪਰ ਧਿਰ ਦੀ ਨਹੀਂ ਹੈ। ਲੜਾਈ ਇਕੱਲੀ ਗੌਰਮੈਂਟ ਨਾਲ ਨਹੀਂ, ਲੜਾਈ ਇਕੱਲੀ ਕਾਰਪੋਰੇਟ ਨਾਲ ਨਹੀਂ। ਕਾਰਪੋਰੇਟ, ਗੌਰਮੈਂਟ ਤੇ ਉਹਦੇ ਸਪਾਂਸਰਡ ਬੌਧਿਕ ਤੌਰ ਤੇ ਬੁੱਧੀਜੀਵੀਆਂ ਦੇ ਖਿਲਾਫ ਵੀ ਲੜਾਈ ਲੋਕਾਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਾਉਣੀ ਪਏਗੀ ਔਰ ਤਾਂ ਜਾ ਕੇ ਇਹ ਲੜਾਈ ਚੁਤਰਫਾ ਲੜਾਈ ਹੋਏਗੀ ਜਿਹੜੀ ਸਾਰੀਆਂ ਗੱਲਾਂ ਦਾ ਜਵਾਬ ਦੇਗੀ। ਹਮੀਰ ਸਿੰਘ ਜੀ, ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 5 ਸੂਬਿਆਂ 'ਚ ਮੀਟਿੰਗਾਂ ਕਰਕੇ ਪ੍ਰਚਾਰ ਵੀ ਕੀਤਾ ਵੀ ਕਿ ਭਾਜਪਾ ਨੂੰ ਵੋਟ ਨਾ ਪਾਈ ਜਾਏ। ਤੇ ਗੱਲ ਕਰੀਏ ਇਸੇ ਵਿਰੋਧਤਾ ਦੌਰਾਨ ਜਿਹੜਾ ਹੈਗਾ ਪੰਜਾਬ ਤੋਂ BJP ਦੇ ਵਿਧਾਇਕ ਅਰੁਣ ਨਾਰੰਗ ਨਾਲ ਜਿਹੜੀ ਹੈ ਇੱਕ ਖਿੱਚਤੂ ਦੀ ਘਟਨਾ ਵਾਪਰਦੀ ਹੈ। ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਨਾਰਮਲੀ ਜਿਹੜਾ ਇਹ ਢਾਂਚਾ ਸੰਯੁਕਤ ਮੋਰਚੇ ਨੇ ਵੀ ਇੰਨੀ ਦੀ ਨਿੰਦਾ ਇਸ ਰੂਪ 'ਚ ਤਾਂ ਕੀਤੀ ਹੈ ਵੀ ਕੱਪੜੇ ਪਾੜਨਾ ਜਾਂ ਕੋਈ ਹਿੰਸਕ ਸਾਡਾ, ਉਹਦਾ ਕਾਰਨ ਇਹ ਹੈ ਕਿ ਅੰਦੋਲਨ ਦੀ ਤਸੀਰ ਨਹੀਂ। ਉਹ ਅੰਦੋਲਨ ਤਾਂ ਅਲੱਗ ਤਰ੍ਹਾਂ ਵੀ ਲੜੇ ਜਾਂਦੇ ਨੇ, ਜਿਹੜੇ ਅਲੱਗ ਤਰ੍ਹਾਂ ਲੜੇ ਜਾਂਦੇ ਨੇ ਉਹਦੇ 'ਚ ਇਹ ਚੀਜ਼ਾਂ ਵਾਜਬ ਵੀ ਠਹਿਰਾਈਆਂ ਜਾਂਦੀਆਂ ਨੇ, ਪਰ ਅਪਰੋਚ ਦੇ ਤੌਰ ਤੇ ਜਦੋਂ ਅੰਦੋਲਨ ਇਸ ਪੱਧਰ ਦਾ ਹੋਵੇ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਲੜ ਰਹੇ ਹਾਂ, ਅਸੀਂ ਗੌਰਮੈਂਟਾਂ ਨੂੰ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਉਹ ਇਹ ਕਹਿਣ ਕਿ ਦੇਖੋ ਜੀ ਕਿਸਾਨ ਐਂ ਕਰ ਰਹੇ ਨੇ ਜਾਂ ਬਾਕੀ ਲੋਕ ਇਹ ਕਹਿ ਰਹੇ ਨੇ। ਦੂਜੀ ਗੱਲ, ਅਸੀਂ ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਉਹਨੂੰ ਹਿੰਸਾ ਕਰਨ ਦਾ ਮੌਕਾ ਮਿਲੇ ਕਿਸਾਨ ਅੰਦੋਲਨ ਦੇ ਉੱਤੇ। ਅਸੀਂ ਉਹ ਸਾਰੀਆਂ ਗੱਲਾਂ ਤੋਂ ਅਲੱਗ ਟਾਈਪ ਦਾ, ਅਸੀਂ ਉਹਦਾ ਬਿਰਤਾਂਤ ਨਹੀਂ ਬਦਲਣਾ ਚਾਹੁੰਦੇ ਕਿ ਕਿਸੇ ਨੂੰ ਉਸ ਗੱਲ ਕਰਕੇ ਨਹੀਂ ਹੈ ਠੀਕ। ਪਰ ਇਹਦੇ ਬਾਵਜੂਦ ਜਿਹੜੀ BJP ਦੀ ਲੀਡਰਸ਼ਿਪ ਹੈ ਉਹਨੂੰ ਇਹ ਸੋਚਣਾ ਪਏਗਾ। ਸਭ ਤੋਂ ਬੁਨਿਆਦੀ ਸਵਾਲ ਸਰਕਾਰ ਤੇ ਆਉਂਦਾ ਹੈ ਕਿ ਐਡੇ ਲੰਮੇ ਅੰਦੋਲਨ ਦੇ ਬਾਵਜੂਦ 4 ਮਹੀਨਿਆਂ ਤੋਂ ਵੱਧ ਸਮਾਂ ਦਿੱਲੀ ਦੀਆਂ ਬਾਰਡਰ ਤੇ ਹੋ ਗਿਆ, ਦੁਨੀਆ ਭਰ ਦਾ ਪ੍ਰੈਸ਼ਰ ਹੈ, ਪੰਜਾਬ ਦੇ ਲੋਕ ਤੇ ਬਾਕੀ ਦੇਸ਼ ਦੇ ਵਿੱਚ ਅੰਦੋਲਨ ਫੈਲ ਰਿਹਾ ਹੈ, ਇਹਦੇ ਬਾਵਜੂਦ ਤੁਸੀਂ ਹੱਠ ਧਰਮੀ ਕਰਕੇ ਬੈਠੇ ਹੋਏ ਹੋ। 22 ਜਨਵਰੀ ਤੋਂ ਬਾਅਦ ਮੁੜ ਕੇ ਤੁਸੀਂ ਗੱਲ ਨਹੀਂ ਕਰ ਰਹੇ। ਤੁਸੀਂ ਕੀ ਸੱਦਾ ਦੇ ਰਹੇ ਹੋ ਲੋਕਾਂ ਨੂੰ, ਆਪਣੇ ਦੇਸ਼ ਦੇ ਨਾਗਰਿਕਾਂ ਨੂੰ? ਤੁਸੀਂ ਇਹ ਸੱਦਾ ਦੇ ਰਹੇ ਹੋ ਕਿ ਤੁਸੀਂ ਸ਼ਾਂਤਮਈ ਨਹੀਂ ਸੁਣਨਾ ਚਾਹੁੰਦੇ।
ਤੁਸੀਂ ਲੋਕਾਂ ਦੀ ਗੱਲ ਦੀ ਕੋਈ ਪਰਵਾਹ ਨਹੀਂ ਕਰ ਰਹੇ, ਤੇ ਜਦੋਂ ਪਰਵਾਹ ਨਹੀਂ ਕਰ ਰਹੇ ਤਾਂ ਵਿੱਚੋਂ ਲੋਕਾਂ ਦੇ ਵਿੱਚ ਸੁਭਾਵਿਕ ਹੈ ਨਿਰਾਸ਼ਤਾ ਆਉਣੀ। ਨਿਰਾਸ਼ ਬੰਦੇ ਕਈ ਹੋਰ ਪਾਸੇ ਵੀ, ਇਸ ਲਈ ਇਹ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ ਜਿਹੜੇ ਕਿ ਕੱਲ੍ਹ ਨੂੰ ਤੁਸੀਂ ਜ਼ਬਰਦਸਤੀ ਧੱਕੇ ਨਾਲ ਲੋਕਾਂ ਨੂੰ ਦੂਜੇ ਰਾਹ ਤੋਰੋਗੇ ਕਿ ਉਹ ਰਾਹ ਸੁਲੇਬਲ ਤੇ ਹੈ। ਅਗਲੀ ਗੱਲ ਇਹ ਹੈ ਕਿ ਜਿਵੇਂ ਹਰਿਆਣੇ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਜੇਕਰ ਉਹਨਾਂ ਨੇ ਪੂਰੀਆਂ ਪਾਬੰਦੀਆਂ ਲਾ ਰੱਖੀਆਂ ਨੇ ਵੀ ਨਹੀਂ ਆਪਾਂ ਨਹੀਂ ਕਰਨਾ ਉਨਾ ਚਿਰ ਕਿਉਂਕਿ ਕਿਸਾਨ ਵਿਰੋਧ ਕਰ ਰਹੇ ਨੇ, ਤਾਂ ਪੰਜਾਬ ਵਾਲੇ ਬੰਦੇ ਜਿੱਥੋਂ ਪਹਿਲਾਂ ਅੰਦੋਲਨ ਸ਼ੁਰੂ ਹੋਇਆ, ਜਿੱਥੇ ਬੀਜੇਪੀ ਦਾ ਹੈ ਵੀ ਨਹੀਂ ਲੱਲਾ ਖੱਖਾ ਜੇ ਬਹੁਤ ਜ਼ਿਆਦਾ, ਬਹੁਤ ਛੋਟੀ ਪਾਰਟੀ ਹੈ ਮੁਕਾਬਲਤਨ, ਤੇ ਉੱਥੇ ਤਾਂ ਸਰਕਾਰ 'ਚ ਹੈ ਬੀਜੇਪੀ, ਤਾਂ ਇੱਥੋਂ ਵਾਲੇ ਲੀਡਰਾਂ ਦੇ ਲਈ ਕਿਉਂ ਇਹ ਗੱਲ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਚੜਾ ਰਹੇ ਹੋ ਬਾਹਰ ਜਾਣਬੁੱਝ ਕੇ ਕਿ ਇਸ ਪੱਧਰ ਦੇ ਉੱਤੇ ਤੁਸੀਂ ਜ਼ਰੂਰ ਜਾ ਕੇ ਪੰਗਾ ਲੈਣਾ। ਉਨੇ ਦਿਨ ਲਈ ਤੁਸੀਂ ਆਪਣੇ ਆਪ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਤਾਂ ਦੇਖ ਕੇ ਚੱਲਣਾ ਪੈਂਦਾ, ਇੱਕ ਮਾਹੌਲ ਨੂੰ ਦੇਖ ਕੇ ਚੱਲਣਾ ਪੈਂਦਾ। ਜਮਹੂਰੀਅਤ ਦੇ ਵਿੱਚ ਤੁਸੀਂ ਕਹਿ ਰਹੇ ਹੋ ਹੱਕ ਹੈ ਜੀ, ਮਤਲਬ ਕਿਸੇ ਨੂੰ ਵੀ ਅੰਦੋਲਨ ਕਰਨ ਦਾ, ਤਾਂ ਜਮਹੂਰੀਅਤ ਦੇ ਵਿੱਚ ਜੇਕਰ ਹੱਕ ਹੈ ਤਾਂ ਸਾਰੇ ਕਿਤੇ ਫਿਰ ਯੂਪੀ 'ਚ ਗੁਜਰਾਤ 'ਚ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰ ਦਿੰਦੇ ਹੋ, ਤੇ ਕਿਉਂ ਉਹਦੇ ਤੇ ਤੁਸੀਂ ਬੋਲਦੇ ਨਹੀਂ ਹੋ? ਤੇ ਜੇਕਰ ਵੱਖ-ਵੱਖ ਜਗ੍ਹਾ ਤੇ ਜਾ ਕੇ ਤੁਸੀਂ ਲਾਠੀ ਚਾਰਜ ਕਰ ਦਿੰਦੇ ਹੋ, ਕਿਉਂ ਬੋਲਦੇ ਨਹੀਂ ਆ? ਭਾਰਤ ਬੰਦ ਤੇ ਉਹਨਾਂ ਦੇ ਬੰਦੇ ਉੱਥੇ ਜਾ ਕੇ ਤੁਹਾਡੀ ਪੁਲਿਸ ਜਿੱਥੇ ਤੁਹਾਡੇ ਰਾਜ ਨੇ ਉੱਥੇ ਉਹ ਜ਼ਬਰਦਸਤੀ ਕਰਦੀ ਹੈ, ਤਾਂ ਉਹਦੇ ਖਿਲਾਫ ਵੀ ਬੋਲੋ। ਤਾਂ ਤੁਸੀਂ ਇਹਦੇ ਖਿਲਾਫ ਵੀ ਬੋਲੋ ਜੇ ਜਮਹੂਰੀਅਤ ਦੇ ਵਿੱਚ ਪੀਸਫੁਲ ਤਰੀਕੇ ਦੇ ਨਾਲ ਲੋਕ ਦਿੱਲੀ ਦੀਆਂ ਸੜਕਾਂ ਤੇ ਗਏ ਜੀ, ਉਹਨਾਂ ਨੇ ਕੋਈ ਹਿੰਸਾ ਤਾਂ ਨਹੀਂ ਕੀਤੀ ਨਾ ਉਸ ਪੱਧਰ ਦੇ ਉੱਤੇ, ਤੇ ਤੁਸੀਂ ਉਹਨੂੰ ਦੇਸ਼ ਧਰੋਹੀ ਤੇ ਬਾਕੀ ਦੀਆਂ ਚੀਜ਼ਾਂ 'ਚ ਕਿਉਂ ਲੈਂਦੇ ਹੋ? ਫਿਰ ਪੀਸਫੁਲ ਉਹਦੇ 'ਚ ਵੀ ਗੱਲ ਕਰੋ। ਜੇ ਤੁਸੀਂ ਜੇ ਜਮਹੂਰੀਅਤ ਦਾ ਮਤਲਬ ਆਪਣੇ ਤਰੀਕੇ ਨਾਲ ਨਹੀਂ ਕਿ ਮੇਰੇ ਨਾਲ ਇਹ ਹੋ ਗਿਆ ਦੂਜੇ ਨਾਲ, ਜਿਹੜੇ ਪੁਲਿਸ ਨੇ ਇੰਨੇ ਬੰਦੇ ਕੁੱਟੇ, ਜਾਲੀ ਕੇਸ ਪਾਏ, ਜੇਲ੍ਹਾਂ ਦੇ ਵਿੱਚ ਅੰਦਰ ਬੰਦ ਕੀਤੇ ਤੇ ਹੁਣ ਜ਼ਮਾਨਤਾਂ ਦੇ ਵਿੱਚ ਛੱਡੇ ਨੇ, ਤਾਂ ਉਹਦੇ 'ਚ ਤੁਸੀਂ ਕੀ ਸੋਚ ਰਹੇ ਹੋ? ਇਸ ਲਈ ਜਮਹੂਰੀਅਤ ਕੋਈ ਇਹ ਨਹੀਂ ਕਿ ਮੇਰੀ ਜਮਹੂਰੀਅਤ ਅਲੱਗ ਹੈ ਤੁਹਾਡੀ ਜਮਹੂਰੀਅਤ ਅਲੱਗ ਹੈ। ਇਹਦੇ 'ਚ ਬੀਜੇਪੀ ਦੀ ਉਸ ਲੀਡਰਸ਼ਿਪ ਨੂੰ ਖਾਸ ਤੌਰ 'ਤੇ ਪੰਜਾਬ ਵਾਲੀ ਨੂੰ ਤਾਂ ਖਾਸ ਤੌਰ 'ਤੇ ਸੋਚਣਾ ਚਾਹੀਦਾ ਕਿ ਉਹ ਇੱਥੇ ਹੀ ਰਹਿ ਰਹੇ ਨੇ ਔਰ ਇਸੇ ਮਾਹੌਲ 'ਚ ਨੇ। ਲੋਕਾਂ ਦੀ ਸੰਵੇਦਨਤਾ ਜਿਹੜੀ ਸੰਵੇਦਨ ਹੈ ਉਹਨੂੰ ਤੁਸੀਂ ਬਾਰ-ਬਾਰ ਜੇਕਰ ਕੋਸ਼ਿਸ਼ ਕਰੋਗੇ ਕਿ ਉਹਦੇ ਨਾਲ ਖੇਡਣ ਦੀ ਟਰਾਈ ਕਰੋਗੇ ਤਾਂ ਤੁਸੀਂ ਯੋਗਦਾਨ ਪਾਓਗੇ ਮਾਹੌਲ ਨੂੰ ਵਿਗਾੜਨ ਦੇ ਵਿੱਚ। ਅੰਦੋਲਨ ਪੀਸਫੁਲ ਹੈ ਇੰਨੇ ਲੰਮੇ ਸਮੇਂ ਤੋਂ, ਉਹਦੀ ਨੇਚਰ ਪੀਸਫੁਲ ਹੈ ਤੇ ਉਹਨੂੰ ਪੀਸਫੁਲ ਰਹਿਣ ਦਿਓ। ਤੇ ਅੰਦੋਲਨ ਦੇ ਆਗੂ ਅਜੇ ਵੀ ਇਹੀ ਕਹਿ ਰਹੇ ਨੇ ਕਿ ਅਸੀਂ ਪੀਸਫੁਲ ਨਾ ਇਸ ਤਰੀਕੇ ਦੇ ਨਾਲ ਚੱਲਣਗੇ। ਛੇੜਛਾੜ ਕਰਨ ਦੀ ਕੋਸ਼ਿਸ਼ ਬੀਜੇਪੀ ਨੂੰ ਆਪਣੇ ਗਰੇਬਾਨ 'ਚ ਸਭ ਤੋਂ ਪਹਿਲਾਂ ਝਾਕਣਾ ਚਾਹੀਦਾ, ਤੇ ਉਸ ਤੋਂ ਬਾਅਦ ਦੀ ਗੱਲ ਹੈ ਫਿਰ ਉਸ ਤੋਂ ਬਾਅਦ ਦੀਆਂ ਚੀਜ਼ਾਂ ਉਹਦੇ ਨਾਲ ਨਾ ਹੋਣ। ਜੇ ਫਿਰ ਵੀ ਕੋਈ ਕਰੂਗਾ ਫਿਰ ਇਹ ਗੱਲ ਸੋਚੀ ਜਾ ਸਕਦੀ ਵੀ ਨਹੀਂ ਇਸ ਤਰੀਕੇ ਦਾ ਨਹੀਂ। ਅੰਦੋਲਨ ਵੀ ਇਸੇ ਲਈ ਅੰਦੋਲਨਕਾਰੀ ਵੀ ਬਾਰ-ਬਾਰ ਇਹੀ ਕਹਿ ਰਹੇ ਨੇ ਕਿ ਅੰਦੋਲਨ ਪੀਸਫੁਲ ਸੀ, ਹੈ ਔਰ ਰਹੇਗਾ। ਹਮੀਰ ਸਿੰਘ ਜੀ, ਦਿੱਲੀ ਦੀ ਬਰੂਹਾਂ ਤੇ ਚੱਲ ਰਹੇ ਸੰਘਰਸ਼ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਹੋ ਚੁੱਕਿਆ, ਤੇ ਹੁਣ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਕੀ ਰਹੇਗੀ? ਕਿਸਾਨਾਂ ਵੱਲੋਂ ਵਾਰ-ਵਾਰ ਇਹੀ ਸੁਨੇਹਾ ਦਿੱਤਾ ਜਾ ਰਿਹਾ ਕਿ ਉਹਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਜਿਹੜਾ ਸੀ ਇਹ ਸੰਘਰਸ਼ ਚਲਾਇਆ ਜਾ ਰਿਹਾ ਸੀ, ਤੇ ਅੱਗੇ ਵੀ ਉਹ ਸ਼ਾਂਤਮਈ ਢੰਗ ਨਾਲ ਇਸੇ ਤਰ੍ਹਾਂ ਜਿਹੜਾ ਹੈ ਆਪਣੇ ਅੰਦੋਲਨ ਨੂੰ ਜਾਰੀ ਰੱਖਣਗੇ। ਪਰ ਕਿਸਾਨ ਜਥੇਬੰਦੀਆਂ ਦੀ ਹੁਣ ਅਗਲੀ ਰਣਨੀਤੀ ਕੀ ਹੋਵੇਗੀ? ਔਰ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਆਪਣੀ ਮੀਟਿੰਗ ਕਰਨਗੀਆਂ, ਜੋ ਵੀ ਅਨਾਉਂਸ ਕਰਨਗੀਆਂ। ਇੱਕ ਤਾਂ ਉਹਨਾਂ ਨੇ ਤਰੀਕਾ ਇਹ ਉਲੀਕਿਆ ਕਿ 3 ਤਰੀਕ ਨੂੰ ਪੰਜਾਬ ਦੇ ਜਿਹੜੀਆਂ ਜਥੇਬੰਦੀਆਂ ਜਾਂ ਸ਼ਖਸੀਅਤਾਂ ਅੰਦੋਲਨ ਲਈ ਦੀਆਂ ਸੁਚਿੰਤਕ ਨੇ, ਸੋਚਦੀਆਂ ਰਹੀਆਂ ਨੇ, ਉਹਨਾਂ ਦੀ ਇੱਕ ਕਾਮਨ ਮੀਟਿੰਗ ਬੁਲਾਈ ਹੈ 3 ਤਰੀਕ ਨੂੰ PAU ਦੇ ਵਿੱਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਕਿ ਉੱਥੇ ਉਹ ਜਾਣਨਾ ਚਾਹੁੰਦੇ ਨੇ ਸਾਰੇ ਲੋਕਾਂ ਤੋਂ ਕਿ ਅਗਲੀ ਸਟ੍ਰੈਟਜੀ, ਅਗਲੀ ਰਣਨੀਤੀ ਕੀ ਹੋਵੇ। ਇੱਕ ਠੀਕ ਤਰੀਕਾ ਜੇਕਰ ਇਹ ਯੋਜਨਾਬੱਧ ਤਰੀਕੇ ਦੇ ਨਾਲ ਹੁੰਦਾ, ਸਭ ਦੀ ਰਾਏ ਆਉਂਦੀ ਹੈ, ਤਾਂ ਰਾਏ ਦੇ ਨਾਲ ਇੱਕ ਗੱਲ ਆ ਕਿ ਲੋਕ ਕੀ ਮਹਿਸੂਸ ਕਰਦੇ ਨੇ, ਤਾਂ ਇਹ ਵੀ ਉਹਨਾਂ ਦੀ ਇਨਪੁਟ ਮੈਨੂੰ ਲੱਗਦਾ ਇਹ ਚੀਜ਼ਾਂ ਇਹ ਤੋਂ ਪਹਿਲਾਂ ਵੀ ਹੋਣੀਆਂ ਚਾਹੀਦੀਆਂ ਨੇ ਤੇ ਹੁਣ ਹੋ ਰਹੀਆਂ ਨੇ, ਹੁਣ ਵੀ ਠੀਕ ਹੈ। ਦੂਜੀ ਗੱਲ ਇਹ ਹੈ ਕਿ ਇਹਦੇ 'ਚ ਇਸ ਦੀ ਗਰਾਊਂਡ ਹਕੀਕਤ ਨੂੰ ਜਦੋਂ ਜਾਣ ਕੇ ਇਹ ਚੀਜ਼ਾਂ ਹੋਣਗੀਆਂ ਔਰ ਵੱਡੇ ਪੱਧਰ 'ਤੇ ਮੀਟਿੰਗਾਂ ਹੋ ਰਹੀਆਂ ਨੇ, ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਦੂਜੇ ਸੂਬਿਆਂ 'ਚ ਵੀ ਹੋ ਰਹੀਆਂ ਨੇ, ਇੱਥੇ ਵੀ ਹੋ ਰਹੀਆਂ ਨੇ, ਔਰ ਕਿਸਾਨ ਇਹ ਵੀ ਯੋਜਨਾ ਕਰ ਰਹੇ ਨੇ ਕਿ ਹਾੜੀ ਦਾ ਸੀਜ਼ਨ ਕਿਵੇਂ ਲੰਘਾਉਣਾ, ਕਿਵੇਂ ਆਪਸੀ ਵਿਉਂਤਬੰਦੀ ਕਰਨੀ ਹੈ ਕਿ ਉੱਥੇ ਵੀ ਇਕੱਠ ਰਹੇ ਤੇ ਇੱਥੇ ਵੀ ਸੀਜ਼ਨ ਵੀ ਲੰਘ ਜੇ। ਉਹ ਵੀ ਇੱਕ ਮਾਮਲਾ ਆਪਣੀ ਜਗ੍ਹਾ। ਪਰ ਨਾਲ ਦੀ ਨਾਲ ਕਿਸਾਨ ਅੰਦੋਲਨ ਨੂੰ ਇਸ ਗੱਲ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਜਿਵੇਂ RSS ਤੇ BJP ਦਾ ਇੱਕ ਵਰਗ ਲਗਾਤਾਰ ਲੱਗਿਆ ਹੋਇਆ ਹੈ ਔਰ ਉਹ ਦਲਿਤ ਪਰਿਵਾਰਾਂ 'ਚ ਵੀ ਜਾਂਦਾ ਹੈ, ਮਜ਼ਦੂਰਾਂ 'ਚ ਜਾਂਦਾ ਹੈ, ਉਹ ਇਹ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਇਸ ਰਾਹ 'ਤੇ ਵੀ ਤੁਹਾਡਾ ਕੀ ਜਾਊਗਾ, ਕਿਸਾਨ ਨੇ, ਕਿਸਾਨ ਲੜ ਰਹੇ ਨੇ, ਇਹਨਾਂ ਨੇ ਤੁਹਾਡੇ ਨਾਲ ਕਿਹੜਾ ਬਹੁਤ ਜ਼ਿਆਦਾ ਕਦੇ ਐਂ ਕੀਤਾ ਜੇ। ਉਹ ਪ੍ਰਚਾਰ ਨੂੰ ਕਾਊਂਟਰ ਕਰਨ ਦੇ ਵਾਸਤੇ ਬਹੁਤ ਸੀਰੀਅਸ ਰਣਨੀਤੀ ਬਣਾਉਣੀ ਪਏਗੀ। ਖਾਸ ਤੌਰ 'ਤੇ ਪੰਜਾਬ 'ਚ ਤਾਂ ਲਾਜ਼ਮੀ ਹੈ, ਹਰਿਆਣੇ 'ਚ ਲਾਜ਼ਮੀ ਹੈ ਤੇ ਦੇਸ਼ ਪੱਧਰ ਦੇ ਉੱਤੇ ਵਿੱਚ ਵੀ ਲਾਜ਼ਮੀ ਹੈ। ਤੇ ਉਹਨੂੰ ਕਿਵੇਂ ਨਾਲ ਜੋੜਨਾ, ਕਿਵੇਂ ਉਹਨਾਂ ਤੱਕ ਗੱਲ ਪਹੁੰਚਾਉਣੀ ਹੈ। ਹੁਣ ਜੇ ਕਿਸਾਨ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਉੱਥੇ ਕਿਸਾਨਾਂ ਦੇ ਤਾਂ ਚੁੱਲ੍ਹਿਆਂ ਤੱਕ ਗੱਲ ਚਲੀ ਗਈ ਹੈ ਕਿ ਕਾਨੂੰਨ ਕਿਵੇਂ ਖਿਲਾਫ ਨੇ। ਕਾਫੀ ਹੱਦ ਤੱਕ ਹੋਰ ਪੜ੍ਹੇ ਲਿਖੇ ਵਰਗ 'ਚ ਵੀ ਚਲੀ ਗਈ ਹੈ। ਮਜ਼ਦੂਰਾਂ ਦੇ ਵੀ ਜਿੰਨਾ ਕੁ ਆਰਗੇਨਾਈਜ਼ਡ ਹਿੱਸਾ ਹੈ ਜਿਹੜਾ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨਾਲ ਹੈ, ਉਹਨਾਂ ਤੱਕ ਵੀ ਗੱਲ ਕਾਫੀ ਹੱਦ ਤੱਕ ਚਲੀ ਗਈ ਹੈ। ਪਰ ਜਿਹੜਾ ਵੱਡਾ ਵਰਗ ਹੈ ਜੇ ਗੈਰ ਸੰਗਠਿਤ ਹੈ, ਉਹਦੇ ਤੱਕ ਕਿਵੇਂ ਗੱਲ ਲਿਜਾਣੀ ਹੈ ਕਿ ਇਹਨਾਂ ਤਿੰਨੇ ਕਾਨੂੰਨਾਂ ਦਾ ਅਸਰ ਉਹਨਾਂ ਦੀ ਜ਼ਿੰਦਗੀ 'ਤੇ ਕਿਵੇਂ ਬਹੁਤ ਮਾਰੂ ਹੋਣਾ ਹੈ, ਉਹਨਾਂ ਦੇ ਚੁੱਲ੍ਹੇ ਦੀ ਰੋਟੀ ਕਿਵੇਂ ਖੋਹੀ ਜਾਣੀ ਹੈ,
ਕਿਉਂ ਸਾਨੂੰ ਆਪਸਦਾਰੀ ਦੇ ਵਿੱਚ ਮਿਲ ਕੇ ਇੱਕ ਸਰਗਰਮ ਭੂਮਿਕਾ 'ਚ ਆਉਣਾ ਚਾਹੀਦਾ ਹੈ। ਅਗਲੀ ਰਣਨੀਤੀ ਦਾ ਇਹ ਬਹੁਤ ਬੁਨਿਆਦੀ ਪਹਿਲੂ ਤੇ ਬੁਨਿਆਦੀ ਹਿੱਸਾ ਬਣਨ ਦੀ ਲੋੜ ਹੈ। ਸ਼ਾਇਦ ਇਹ ਅਗਲੀਆਂ ਮੀਟਿੰਗਾਂ ਦੇ ਵਿੱਚ ਜਿਹੜੀ 'ਚ ਹੋਣਗੇ ਇਹ ਪੁਆਇੰਟ ਡਿਸਕਸ ਹੋਣਗੇ ਲੋੜ ਜੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।